7ਵੀਂ ਸ਼੍ਰੇਣੀ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ ਆਖਦੀ ਹਾਂ। ਵਿਦਿਆਰਥੀਓ, ਲੇਖ ਰਚਨਾ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ ਤੁਹਾਨੂੰ। ਸੋ ਅੱਜ ਅਸੀਂ ਲੇਖ ਪੜ੍ਹਨਾ ਹੈ ਅਖਬਾਰਾਂ ਦੇ ਲਾਭ ਅਤੇ ਹਾਨੀਆਂ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਕੋਸ਼ਿਸ਼ ਕਰਿਓ ਖੁਦ ਆਪਣੇ ਆਪ ਇਹਨਾਂ ਨੂੰ ਵਿਚਾਰਾਂ ਨੂੰ ਪ੍ਰਗਟਾਉਣ ਦੀ, ਇੱਕ ਕਾਪੀ ਦੇ ਉੱਤੇ, ਇੱਕ ਪੇਜ ਦੇ ਉੱਤੇ, ਕਿਸੇ ਪੰਨੇ ਦੇ ਉੱਪਰ। ਸੋ ਆਸ ਕਰਦੀ ਹਾਂ ਕੁਝ ਨਾ ਕੁਝ ਲਿਖਿਆ ਹੋਏਗਾ ਜ਼ਰੂਰ ਤੁਸੀਂ, ਕਿਉਂਕਿ ਸਾਡੇ ਮਨ ਵਿੱਚ ਬਹੁਤ ਸਾਰੇ ਵਿਚਾਰ ਰੋਜ਼ ਪਨਪਦੇ ਹਨ, ਨਵੀਆਂ ਨਵੀਆਂ ਗੱਲਾਂ ਆਉਂਦੀਆਂ ਹਨ, ਦਿਮਾਗ ਦੇ ਵਿੱਚ ਬਹੁਤ ਵਿਚਾਰ, ਸ਼ਬਦ ਨਵੇਂ ਨਵੇਂ ਸੁੱਝਦੇ ਹਨ। ਸੋ ਉਹਨਾਂ ਨੂੰ ਤੁਸੀਂ ਤਰਤੀਬਵਾਰ ਲਿਖਿਆ ਹੋਏਗਾ। ਸੋ ਅਸੀਂ ਮਦਦ ਲੈਂਦੇ ਹਾਂ ਇਸ ਪੁਸਤਕ ਦੀ, ਪੜ੍ਹਦੇ ਹਾਂ ਕਿ ਅਖਬਾਰਾਂ ਦੇ ਲਾਭ ਅਤੇ ਹਾਨੀਆਂ, ਤਾਂ ਜੋ ਤੁਹਾਡੇ ਗਿਆਨ ਵਿੱਚ ਹੋਰ ਇਜ਼ਾਫਾ ਹੋ ਸਕੇ। ਮੈਂ ਹਾਂ ਗਿਆਨ ਦਾ ਭੰਡਾਰ, ਲੋਕਾਂ ਦੀ ਹਾਂ ਦਿਲੀ ਪੁਕਾਰ। ਅਖਬਾਰ ਕੀ ਕਹਿੰਦੀ ਹੈ? ਮੈਂ ਗਿਆਨ ਦਾ ਭੰਡਾਰ ਹਾਂ ਤੇ ਲੋਕਾਂ ਦੇ ਦਿਲ ਦੀ ਪੁਕਾਰ ਹਾਂ। ਰੂਪਰੇਖਾ ਦਿੱਤੀ ਜਾਂਦੀ ਹੈ ਕਿਸੇ ਵੀ ਲੇਖ ਨੂੰ ਲਿਖਣ ਲਈ, ਜਿਹਦੇ ਵਿੱਚ ਨੁਕਤੇ ਹੁੰਦੇ ਨੇ। ਉਸ ਰੂਪਰੇਖਾ ਦੇ ਅਨੁਸਾਰ ਅਸੀਂ ਇੱਕ ਇੱਕ ਪੁਆਇੰਟ ਨੂੰ, ਇੱਕ ਇੱਕ ਵਿਚਾਰ ਨੂੰ ਅੱਗੋਂ ਅਸੀਂ ਐਲੈਬੋਰੇਟ ਕਰਨਾ ਹੁੰਦਾ ਹੈ, ਵਿਸਥਾਰ ਦੇਣਾ ਹੁੰਦਾ ਹੈ। ਸੋ ਇੱਥੇ ਰੂਪਰੇਖਾ ਦੇ ਵਿੱਚ ਨੁਕਤੇ ਹਨ। ਭੂਮਿਕਾ, ਅਖਬਾਰਾਂ ਦੀਆਂ ਕਿਸਮਾਂ, ਅਖਬਾਰਾਂ ਦੇ ਲਾਭ, ਦੇਸ਼ ਵਿਦੇਸ਼ ਸੰਬੰਧੀ ਜਾਣਕਾਰੀ, ਵਪਾਰਕ ਲਾਭ, ਖੇਡ ਪ੍ਰਤੀਯੋਗਤਾਵਾਂ ਸੰਬੰਧੀ ਜਾਣਕਾਰੀ, ਵਿਦਿਅਕ ਜਾਣਕਾਰੀ, ਕਾਰਟੂਨ ਕੋਨਾ, ਰਾਜਸੀ ਗਿਆਨ, ਹਾਨੀਆਂ ਤੇ ਸਾਰਾਂਸ਼। ਆਓ ਸ਼ੁਰੂ ਕਰਦੇ ਹਾਂ ਲੇਖ ਨੂੰ ਪੜ੍ਹਨਾ। ਭੂਮਿਕਾ, ਕਲਮ ਦਾ ਵਾਰ ਤਲਵਾਰ ਦੇ ਵਾਰ ਤੋਂ ਵੱਧ ਅਸਰਦਾਇਕ ਹੁੰਦਾ ਹੈ। ਅੱਜ ਦੇ ਮਨੁੱਖੀ ਜੀਵਨ ਵਿੱਚ ਅਖਬਾਰਾਂ ਦਾ ਬੜਾ ਮਹੱਤਵ ਹੈ। ਸਵੇਰੇ ਉੱਠਦਿਆਂ ਸਾਰ ਹੀ ਚਾਹ ਦੀ ਪਿਆਲੀ ਤੋਂ ਵੀ ਪਹਿਲਾਂ ਅਖਬਾਰ ਦੀ ਮੰਗ ਹੁੰਦੀ ਹੈ। ਅਖਬਾਰ ਰਾਹੀਂ ਦੇਸ਼ ਵਿਦੇਸ਼ ਦੀਆਂ ਖਬਰਾਂ ਪੜ੍ਹ ਕੇ ਕੁਝ ਹੀ ਮਿੰਟਾਂ ਵਿੱਚ ਪੂਰੀ ਦੁਨੀਆ ਦੀ ਜਾਣਕਾਰੀ ਮਿਲ ਜਾਂਦੀ ਹੈ। ਬੱਚੇ ਤੋਂ ਲੈ ਕੇ ਬੁੱਢੇ ਤੱਕ ਅਖਬਾਰ ਦਾ ਮਸਾਲਾ ਸਾਰਿਆਂ ਨੂੰ ਤ੍ਰਿਪਤ ਕਰਦਾ ਹੈ। ਅਖਬਾਰ ਤੋਂ ਬਿਨਾਂ ਤਾਂ ਪੂਰਾ ਦਿਨ ਲੰਘਾਉਣਾ ਵੀ ਔਖਾ ਜਾਪਦਾ ਹੈ। ਹੁਣ ਕਹਿੰਦੇ ਨੇ ਕਲਮ ਦਾ ਜਿਹੜਾ ਵਾਰ ਹੁੰਦਾ ਹੈ ਨਾ, ਜਿਹੜਾ ਅਖਬਾਰ ਦੇ ਵਿੱਚ ਲਿਖਿਆ ਹੈ ਗਿਆਨ, ਉਹਦੀ ਗੱਲ ਕੀਤੀ ਜਾ ਰਹੀ ਹੈ ਕਿ ਕਲਮ ਦਾ ਵਾਰ, ਪੈਨ ਦੇ ਨਾਲ ਜੋ ਅਸੀਂ ਲਿਖਦੇ ਹਾਂ, ਕਲਮ ਨਾਲ ਲਿਖਦੇ ਹਾਂ, ਲਿਖੀ ਹੋਈ ਗੱਲ ਸਾਡੀ ਉਹ ਜ਼ਿਆਦਾ ਅਸਰਦਾਇਕ ਹੁੰਦੀ ਹੈ ਤਲਵਾਰ ਦੇ ਵਾਰ ਨਾਲੋਂ। ਅੱਜ ਕੱਲ੍ਹ ਜਿਹੜੀ ਲੜਾਈ ਹੁੰਦੀ ਹੈ ਉਹਦੇ ਵਿੱਚ ਕਲਮ ਦੀ ਲੋੜ ਪੈਂਦੀ ਹੈ, ਤਲਵਾਰ ਦੀ ਲੋੜ ਨਹੀਂ ਪੈਂਦੀ। ਸੋ ਅਖਬਾਰਾਂ ਦਾ ਬਹੁਤ ਮਹੱਤਵ ਹੈ ਮਨੁੱਖੀ ਜੀਵਨ ਵਿੱਚ। ਤੁਸੀਂ ਆਮ ਵੇਖੋਗੇ ਕਿ ਕਈ ਵਾਰ ਲੋਕ ਸਵੇਰੇ ਉੱਠਦਿਆਂ ਸਾਰ ਹੀ ਚਾਹ ਦੀ ਪਿਆਲੀ ਫੜਦੇ ਹਨ ਤੇ ਅਖਬਾਰ ਪੜ੍ਹਦੇ ਪੜ੍ਹਦੇ ਚੁਸਕੀਆਂ ਭਰਦੇ ਹਨ ਚਾਹ ਦੀਆਂ। ਅਖਬਾਰ ਦੀ ਮੰਗ ਜ਼ਰੂਰੀ ਹੁੰਦੀ ਹੈ। ਸੋ ਅਖਬਾਰਾਂ ਦੇ ਰਾਹੀਂ ਸਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਸੰਬੰਧੀ ਜਾਣਕਾਰੀ ਮਿਲ ਜਾਂਦੀ ਹੈ। ਪੂਰੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ, ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਅਖਬਾਰ ਦੇ ਵਿੱਚ ਸਾਰਾ ਕੁਝ ਅਜਿਹਾ ਮਟੀਰੀਅਲ ਪ੍ਰਾਪਤ ਹੁੰਦਾ ਹੈ ਕਿ ਸਾਰਿਆਂ ਨੂੰ ਤ੍ਰਿਪਤ ਕਰ ਦਿੰਦਾ, ਸਾਰਿਆਂ ਨੂੰ ਖੁਸ਼ ਕਰ ਦਿੰਦਾ, ਸੰਤੁਸ਼ਟ ਕਰ ਦਿੰਦਾ। ਅਖਬਾਰ ਤੋਂ ਬਿਨਾਂ ਪੂਰਾ ਦਿਨ ਲੰਘਾਉਣਾ ਔਖਾ ਜਾਪਦਾ ਹੈ ਜਿਨ੍ਹਾਂ ਨੂੰ ਆਦਤ ਬਣ ਜਾਂਦੀ ਹੈ ਅਖਬਾਰ ਪੜ੍ਹਨ ਦੀ। ਅਖਬਾਰਾਂ ਦੀਆਂ ਕਿਸਮਾਂ, ਅਖਬਾਰ ਹਰ ਭਾਸ਼ਾ ਵਿੱਚ ਛਪਦੀ ਹੈ। ਅੰਗਰੇਜ਼ੀ ਭਾਸ਼ਾ ਵਾਲੇ ਅੰਗਰੇਜ਼ੀ ਅਖਬਾਰਾਂ ਚਾਅ ਨਾਲ ਪੜ੍ਹਦੇ ਹਨ ਤੇ ਪੰਜਾਬੀ ਹਿੰਦੀ ਦੇ ਸ਼ੌਕੀਨ ਪੰਜਾਬੀ ਹਿੰਦੀ ਦੀਆਂ ਅਖਬਾਰਾਂ ਪੜ੍ਹ ਕੇ ਸੰਤੁਸ਼ਟ ਹੁੰਦੇ ਹਨ। ਅਖਬਾਰਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਰੋਜ਼ਾਨਾ, ਸਪਤਾਹਿਕ, 15 ਰੋਜ਼ਾ, ਮਾਸਿਕ ਤੇ ਤ੍ਰੈਮਾਸਿਕ ਆਦਿ। ਪੰਜਾਬ ਵਿੱਚ ਜਲੰਧਰ ਸ਼ਹਿਰ ਤੋਂ ਬਹੁਤ ਸਾਰੀਆਂ ਅਖਬਾਰਾਂ ਛਪਦੀਆਂ ਹਨ। ਸੋ ਹਰੇਕ ਭਾਸ਼ਾ ਵਿੱਚ ਛਪਦੀ ਹੈ। ਕੋਈ ਵੀ ਸੂਬਾ, ਕੋਈ ਵੀ ਖਿੱਤਾ ਹੈ, ਇਲਾਕਾ ਹੈ, ਉਸ ਇਲਾਕੇ ਦੀ ਬੋਲੀ ਅਨੁਸਾਰ, ਉਸ ਸੂਬੇ ਦੀ ਬੋਲੀ ਅਨੁਸਾਰ ਵੀ ਅਖਬਾਰਾਂ ਜਿਹੜੀਆਂ ਛਪਦੀਆਂ ਹਨ, ਜ਼ਿਆਦਾ ਉਹਨਾਂ ਨੂੰ ਪ੍ਰਸਿੱਧੀ ਮਿਲਦੀ ਹੈ, ਪਸੰਦ ਕਰਦੇ ਹਨ ਲੋਕ। ਸੋ ਇਸੇ ਤਰ੍ਹਾਂ ਪੰਜਾਬੀ ਹਿੰਦੀ ਦੇ ਸ਼ੌਕੀਨ ਪੰਜਾਬੀ ਹਿੰਦੀ ਦੀਆਂ ਪੜ੍ਹਦੇ ਨੇ, ਅੰਗਰੇਜ਼ੀ ਭਾਸ਼ਾ ਨੂੰ ਪੜ੍ਹਨ ਵਾਲੇ ਅੰਗਰੇਜ਼ੀ ਭਾਸ਼ਾ ਦੀਆਂ ਅਖਬਾਰਾਂ ਪੜ੍ਹ ਕੇ ਖੁਸ਼ ਹੁੰਦੇ ਨੇ। ਸੋ ਅਲੱਗ-ਅਲੱਗ ਕਿਸਮਾਂ ਨੇ। ਰੋਜ਼ਾਨਾ ਜਿਹੜੀ ਰੋਜ਼ ਆਉਂਦੀ ਹੈ ਅਖਬਾਰ, ਸਪਤਾਹਿਕ ਜਿਹੜੀ ਇੱਕ ਹਫ਼ਤੇ ਬਾਅਦ ਆਵੇ। ਜਿਵੇਂ ਤੁਸੀਂ ਅਖਬਾਰ ਦੇ ਵਿੱਚ ਕਈ ਵਾਰੀ ਕਾਰਟੂਨ ਕੋਨਾ ਆਇਆ ਹੁੰਦਾ ਹੈ, ਕਈ ਵਾਰੀ ਕਲਾਸੀਫਾਈਡ ਇਸ਼ਤਿਹਾਰਾਂ ਦਾ ਇੱਕ ਪੇਜ ਦਿੱਤਾ ਜਾਂਦਾ ਹੈ, ਹਫ਼ਤੇ ਬਾਅਦ ਆਉਂਦਾ ਹੈ। ਕੁਝ 15 ਰੋਜ਼ਾ ਹੁੰਦੀਆਂ ਹਨ, 15 ਦਿਨਾਂ ਬਾਅਦ ਆਉਣ ਵਾਲੀ। ਮਾਸਿਕ ਜਿਹੜੀ ਮਹੀਨੇ ਬਾਅਦ ਆਵੇ, ਤ੍ਰੈਮਾਸਿਕ ਜਿਹੜੀ 3 ਮਹੀਨਿਆਂ ਬਾਅਦ ਆਵੇ। ਸੋ ਜਲੰਧਰ ਸ਼ਹਿਰ ਤੋਂ ਬਹੁਤ ਸਾਰੀਆਂ ਅਖਬਾਰਾਂ ਛਪਦੀਆਂ ਨੇ ਜਿਹੜੀਆਂ ਵੱਖ-ਵੱਖ ਥਾਵਾਂ 'ਤੇ ਅੱਗੋਂ ਜਾਂਦੀਆਂ ਹਨ, ਸਾਰੇ ਪੰਜਾਬ ਵਿੱਚ ਵੰਡੀਆਂ ਜਾਂਦੀਆਂ ਹਨ। ਅਖਬਾਰਾਂ ਦੇ ਲਾਭ,
ਅਖਬਾਰਾਂ ਦੇ ਬਹੁਤ ਸਾਰੇ ਲਾਭ ਹਨ। ਇਸ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ। ਇਹਨਾਂ ਨੂੰ ਪੜ੍ਹਨ ਨਾਲ ਸਾਡੀ ਆਮ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਦੇਸ਼ ਦੀਆਂ ਰਾਜਨੀਤਿਕ ਗਤੀਵਿਧੀਆਂ, ਵਿਗਿਆਨ ਦੀਆਂ ਖੋਜਾਂ, ਖੇਤੀਬਾੜੀ, ਵਿੱਦਿਆ, ਸੱਭਿਆਚਾਰਕ ਪ੍ਰੋਗਰਾਮ, ਸਾਹਿਤਕ ਰਚਨਾਵਾਂ, ਕਵਿਤਾ, ਕਹਾਣੀਆਂ ਆਦਿ ਬਾਰੇ ਬਹੁਤ ਜਾਣਕਾਰੀ ਮਿਲਦੀ ਹੈ। ਵਿਦੇਸ਼ਾਂ ਵਿੱਚ ਵਾਪਰਨ ਵਾਲੀ ਹਰ ਘਟਨਾ ਬਾਰੇ ਵੀ ਅਖਬਾਰਾਂ ਜਾਣਕਾਰੀ ਦਿੰਦੀਆਂ ਹਨ। ਘਰ ਬੈਠੇ ਬਿਠਾਏ ਹੀ ਦੁਨੀਆ ਭਰ ਵਿੱਚ ਜੋ ਹੋ ਰਿਹਾ ਹੈ ਉਸ ਤੋਂ ਅਸੀਂ ਜਾਣੂ ਹੋ ਜਾਂਦੇ ਹਾਂ। ਸੋ ਬਹੁਤ ਸਾਰੇ ਲਾਭ ਨੇ। ਸਾਡਾ ਜੀਵਨ ਅਧੂਰਾ ਹੈ ਇਹਨਾਂ ਤੋਂ ਬਿਨਾਂ, ਕਿਉਂਕਿ ਇਹਨਾਂ ਨੂੰ ਪੜ੍ਹਨ ਨਾਲ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਹੈ, ਗਿਆਨ ਵੱਧਦਾ ਹੈ। ਪੋਲਿਟਿਕਸ ਨਾਲ ਸੰਬੰਧਿਤ ਗਤੀਵਿਧੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਵਿਗਿਆਨ ਦੀਆਂ ਖੋਜਾਂ ਜਿਹੜੀਆਂ ਨਵੀਆਂ ਹੋ ਰਹੀਆਂ ਨੇ, ਖੇਤੀਬਾੜੀ ਤੇ ਐਜੂਕੇਸ਼ਨ, ਵਿੱਦਿਆ ਸੰਬੰਧੀ, ਐਗਰੀਕਲਚਰ ਸੰਬੰਧੀ, ਕਲਚਰਲ ਐਕਟੀਵਿਟੀਜ਼, ਸੱਭਿਆਚਾਰਕ ਪ੍ਰੋਗਰਾਮ, ਲਿਟਰੇਚਰ ਨਾਲ ਸੰਬੰਧਿਤ, ਪੋਇਟਰੀ ਨਾਲ ਸੰਬੰਧਿਤ, ਸਟੋਰੀਜ਼ ਆਦਿ ਸਾਰਾ ਕੁਝ ਹੀ ਸਾਨੂੰ ਇਹਦੇ ਵਿੱਚ ਮਿਲ ਜਾਂਦਾ ਹੈ। ਇਸ ਤੋਂ ਬਿਨਾਂ ਵਿਦੇਸ਼ਾਂ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਵਾਪਰਨ ਵਾਲੀ ਹਰੇਕ ਘਟਨਾ ਦੀ ਜਾਣਕਾਰੀ ਵੀ ਸਾਨੂੰ ਅਖਬਾਰ ਵਿੱਚੋਂ ਘਰ ਬੈਠੇ ਬਿਠਾਏ ਹੀ ਮਿਲ ਜਾਂਦੀ ਹੈ। ਦੇਸ਼ ਵਿਦੇਸ਼ ਸੰਬੰਧੀ ਜਾਣਕਾਰੀ ਸਵੇਰੇ ਤੜਕੇ ਹੀ ਦੇਸ਼ ਵਿਦੇਸ਼ ਦੀਆਂ ਖਬਰਾਂ ਸਾਡੇ ਤੱਕ ਪੁੱਜ ਜਾਂਦੀਆਂ ਹਨ ਅਤੇ ਸਾਡੇ ਗਿਆਨ ਵਿੱਚ ਢੇਰ ਸਾਰਾ ਵਾਧਾ ਹੋ ਜਾਂਦਾ ਹੈ। ਕਿਤੇ ਕੋਈ ਹੜਤਾਲ ਹੋਵੇ, ਕੋਈ ਦੁਰਘਟਨਾ ਵਾਪਰੀ ਹੋਵੇ, ਕਿਸੇ ਨੇਤਾ ਦਾ ਸਵਾਗਤ ਕੀਤਾ ਗਿਆ ਹੋਵੇ, ਵੋਟਾਂ ਪੈਣ ਦੀ ਖਬਰ ਹੋਵੇ, ਸਰਕਾਰੀ ਛੁੱਟੀ ਦਾ ਐਲਾਨ ਹੋਵੇ, ਬੈਂਕਾਂ ਦੇ ਕਰਜ਼ ਦੀ ਜਾਣਕਾਰੀ ਹੋਵੇ, ਮੁਲਾਜ਼ਮਾਂ ਦੀ ਤਰੱਕੀ, ਤਨਖਾਹ ਵਿੱਚ ਵਾਧੇ ਆਦਿ ਬਾਰੇ ਜਾਣਕਾਰੀ ਅਖਬਾਰਾਂ ਤੋਂ ਹੀ ਮਿਲਦੀ ਹੈ। ਹੁਣ ਦੇਖੋ ਕਿੰਨਾ ਕੁਝ ਸਾਨੂੰ ਅਖਬਾਰਾਂ ਵਿੱਚੋਂ ਮਿਲਦਾ ਹੈ। ਇਹ ਸਾਰਾ ਕੁਝ ਜਿੰਨਾ ਮੈਂ ਪੜ੍ਹਿਆ ਢੇਰ ਸਾਰਾ ਵਾਧਾ ਕਰਦੀਆਂ ਹਨ ਸਾਡੇ ਗਿਆਨ ਦੇ ਵਿੱਚ। ਵਪਾਰਕ ਲਾਭ, ਵਪਾਰੀਆਂ ਨੂੰ ਕੀ ਲਾਭ ਹੁੰਦਾ ਹੈ? ਇਸ ਰਾਹੀਂ ਵਪਾਰੀ ਆਪਣੀਆਂ ਚੀਜ਼ਾਂ ਦੀ ਮਸ਼ਹੂਰੀ ਲਈ ਇਸ਼ਤਿਹਾਰ ਦਿੰਦੇ ਹਨ, ਐਡਾਂ ਦਿੰਦੇ ਨੇ ਵਿੱਚ ਇਹਦੇ। ਲੋਕ ਅਖਬਾਰਾਂ ਤੋਂ ਸੇਲ ਆਦਿ ਬਾਰੇ ਪੜ੍ਹ ਕੇ ਉੱਥੇ ਚੀਜ਼ਾਂ ਖਰੀਦਣ ਲਈ ਪਹੁੰਚ ਜਾਂਦੇ ਹਨ। ਮਿਲਦੀ ਨਾ ਸਾਨੂੰ ਸੇਲ ਦੀ ਵੀ ਜਾਣਕਾਰੀ। ਰੁਜ਼ਗਾਰ ਬਾਰੇ ਖਾਲੀ ਪਈਆਂ ਅਸਾਮੀਆਂ ਨੂੰ ਵੀ ਇਸ ਵਿੱਚ ਦੇ ਦਿੱਤਾ ਜਾਂਦਾ ਹੈ। ਸੋ ਪਤਾ ਲੱਗ ਜਾਂਦਾ ਕਿ ਕਿੱਥੇ ਕੋਈ ਨੌਕਰੀਆਂ ਹਨ, ਅਸਾਮੀਆਂ ਦੀ ਜਾਣਕਾਰੀ ਹੈ। ਰੋਜ਼ਗਾਰ ਜਿਨ੍ਹਾਂ ਨੇ ਨੌਕਰੀ ਪ੍ਰਾਪਤ ਕਰਨੀ ਹੈ ਉਹ ਉੱਥੋਂ ਪੜ੍ਹ ਕੇ ਆਪਣੇ ਫਾਰਮ ਵਗੈਰਾ ਫਿਲ ਕਰਕੇ ਭੇਜ ਦਿੰਦੇ ਨੇ, ਸੈਂਡ ਕਰ ਦਿੰਦੇ ਨੇ ਤੇ ਲੋਕ ਨੌਕਰੀ ਲਈ ਉੱਥੇ ਪਹੁੰਚ ਜਾਂਦੇ ਹਨ। ਲੋਕ ਜ਼ਮੀਨ ਜਾਇਦਾਦ ਵੇਚਣ ਦੇ ਇਸ਼ਤਿਹਾਰ ਵੀ ਕਢਾ ਦਿੰਦੇ ਨੇ। ਜ਼ਮੀਨ ਜਾਇਦਾਦ ਜੇ ਕਿਸੇ ਨੇ ਵੇਚਣੀ ਹੋਵੇ, ਕਿਸੇ ਦੁਕਾਨ ਤੇ ਮਿਲਦੀਆਂ ਸਸਤੀਆਂ ਚੀਜ਼ਾਂ ਬਾਰੇ ਵੀ ਪਤਾ ਲੱਗ ਜਾਂਦਾ ਹੈ। ਸ਼ੇਅਰ ਬਾਜ਼ਾਰ ਦੀ ਜਾਣਕਾਰੀ ਵੀ ਵਪਾਰੀਆਂ ਲਈ ਲਾਹੇਵੰਦ ਹੁੰਦੀ ਹੈ। ਆਮ ਜਨਤਾ ਦੀਆਂ ਸਮੱਸਿਆਵਾਂ ਵੀ ਦੱਸੀਆਂ ਜਾਂਦੀਆਂ ਹਨ। ਸੋ ਇੰਨਾ ਕੁਝ ਸਾਨੂੰ ਇਹਦੇ ਵਿੱਚੋਂ ਮਿਲਦਾ ਹੈ। ਹੋਰ ਕੀ ਹੈ? ਖੇਡ ਪ੍ਰਤੀਯੋਗਤਾਵਾਂ ਸੰਬੰਧੀ ਜਾਣਕਾਰੀ, ਖੇਡ ਜਗਤ ਦੀ ਜਾਣਕਾਰੀ ਨਾਲ ਤਾਂ ਅਖਬਾਰ ਦੇ 2-3 ਸਫ਼ੇ ਭਰੇ ਪਏ ਹੁੰਦੇ ਹਨ। ਕਿਹੜੇ ਦੇਸ਼ ਦੀ ਟੀਮ ਨਾਲ ਜੋ ਮੈਚ ਹੋਇਆ ਉਸ ਬਾਰੇ ਵੀ ਪਤਾ ਲੱਗਦਾ ਹੈ। ਕਿਹੜੀ ਟੀਮ ਜਿੱਤੀ ਤੇ ਕਿਹੜੀ ਹਾਰੀ ਉਸ ਬਾਰੇ ਵਿਸਥਾਰ ਨਾਲ ਦੱਸਿਆ ਜਾਂਦਾ ਹੈ। ਐਜੂਕੇਸ਼ਨ ਨਾਲ ਸੰਬੰਧਿਤ ਕੀ ਜਾਣਕਾਰੀ ਹੈ? ਵਿਦਿਅਕ ਜਾਣਕਾਰੀ ਹੈ। ਸਕੂਲਾਂ ਕਾਲਜਾਂ ਵਿੱਚ ਕਰਵਾਏ ਪ੍ਰੋਗਰਾਮਾਂ ਬਾਰੇ ਵਿਸਤਾਰ ਨਾਲ ਦੱਸਿਆ ਜਾਂਦਾ ਹੈ। ਜੇ ਕੋਈ ਦਿਨ ਤਿਉਹਾਰ ਹੋਵੇ ਤਾਂ ਉਸ ਦੀ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਜਾਂਦੀ ਹੈ। ਕਿੱਥੇ ਜੋ ਚੰਗਾ ਜਾਂ ਮਾੜਾ ਹੋਇਆ ਹੋਵੇ ਉਸ ਬਾਰੇ ਵੀ ਅਖਬਾਰਾਂ ਵਿੱਚ ਜਾਂ ਖਬਰਾਂ ਛਾਪੀਆਂ ਜਾਂਦੀਆਂ ਹਨ। ਰੇਡੀਓ, ਟੈਲੀਵਿਜ਼ਨ ਤੇ ਸਿਨੇਮਾ ਦੇ ਸਾਰੇ ਪ੍ਰੋਗਰਾਮਾਂ ਦੇ ਸਮਿਆਂ ਬਾਰੇ ਦੱਸਿਆ ਜਾਂਦਾ ਹੈ। ਕਾਰਟੂਨ ਕੋਨਾ ਹੁੰਦਾ ਹੈ। ਪ੍ਰਮੁੱਖ ਖਬਰਾਂ ਨੂੰ ਫੋਟੋ ਸਹਿਤ ਛਾਪਿਆ ਜਾਂਦਾ ਹੈ। ਇਸ ਦਾ ਕਾਰਟੂਨ ਕੋਨਾ ਖਾਸ ਮਹੱਤਤਾ ਰੱਖਦਾ ਹੈ। ਕਿਸੇ ਪ੍ਰਮੁੱਖ ਘਟਨਾ ਨੂੰ ਕਾਰਟੂਨ ਦਾ ਰੂਪ ਦੇ ਕੇ ਦਿਲਚਸਪ ਬਣਾ ਦਿੱਤਾ ਜਾਂਦਾ ਹੈ। ਲੇਖਕਾਂ, ਕਲਾਕਾਰਾਂ ਲਈ ਅਖਬਾਰਾਂ ਇੱਕ ਲਾਭਦਾਇਕ ਸਾਧਨ ਹਨ। ਹੁਣ ਇੱਥੇ ਕਾਰਟੂਨ ਕੋਨਾ ਸਿਰਫ ਸਿਆਣਿਆਂ ਲਈ ਨਹੀਂ, ਕਿਸੇ ਘਟਨਾ ਨੂੰ ਕਾਰਟੂਨ ਦਾ ਰੂਪ ਦੇ ਕੇ ਉਹਨੂੰ ਵਧੀਆ ਅਟਰੈਕਟਿਵ ਬਣਾ ਦੇਣ, ਦਿਲਚਸਪ ਬਣਾ ਦੇਣ। ਸਗੋਂ ਬੱਚਿਆਂ ਲਈ ਵੀ ਕਾਰਟੂਨ ਕੋਨਾ ਹੁੰਦਾ ਹੈ, ਜਿਹਦੇ ਵਿੱਚ ਬੱਚੇ ਵੀ, ਉਹਨਾਂ ਲਈ ਵੀ ਕੋਈ ਨਾ ਕੋਈ ਕਹਾਣੀ ਲਿਖੀ ਹੁੰਦੀ ਹੈ ਜਾਂ ਤਸਵੀਰਾਂ ਬਣਾਈਆਂ ਹੁੰਦੀਆਂ ਹਨ। ਬੱਚੇ ਦੇਖਦੇ ਹਨ, ਖੁਸ਼ ਹੁੰਦੇ ਹਨ, ਪੜ੍ਹਦੇ ਹਨ। ਰਾਜਸੀ ਗਿਆਨ, ਅਖਬਾਰਾਂ ਰਾਹੀਂ ਦੇਸ਼ ਵਿਦੇਸ਼ ਦੇ ਨੇਤਾਵਾਂ ਬਾਰੇ ਪਤਾ ਲੱਗਦਾ ਹੈ। ਕਿਹੜੇ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਿੱਖਿਆ ਮੰਤਰੀ ਆਦਿ ਕੌਣ ਹੈ, ਉਹ ਕਿੱਥੇ ਰਹਿੰਦਾ ਹੈ, ਉਹ ਦੇਸ਼ ਲਈ ਕੀ ਕੁਝ ਕਰ ਰਿਹਾ ਹੈ ਆਦਿ ਬਾਰੇ ਬਹੁਤ ਜਾਣਕਾਰੀ ਮਿਲਦੀ ਹੈ। ਉਹਨਾਂ ਦੇ ਵਿਚਾਰਾਂ ਬਾਰੇ ਪਤਾ ਲੱਗਦਾ ਹੈ ਤੇ ਫੋਟੋਆਂ ਰਾਹੀਂ ਉਹਨਾਂ ਦੀ ਪਛਾਣ ਬਾਰੇ ਜਾਣਕਾਰੀ ਮਿਲੀ ਹੈ। ਚੋਣਾਂ ਦੌਰਾਨ ਤਾਂ ਸਾਨੂੰ ਹਰ ਨੇਤਾ ਬਾਰੇ ਵੱਧ ਤੋਂ ਵੱਧ ਗਿਆਨ ਮਿਲਦਾ ਹੈ ਜਾਂ ਪਤਾ ਲੱਗਦਾ ਹੈ ਕਿਹੜਾ ਨੇਤਾ ਚੰਗਾ ਹੈ ਤੇ ਕਿਹੜਾ ਭ੍ਰਿਸ਼ਟ। ਇਸ ਬਾਰੇ ਵੀ ਅਖਬਾਰਾਂ ਵਿੱਚ ਸਾਫ਼ ਲਿਖਿਆ ਹੁੰਦਾ ਹੈ। ਨੇਤਾਵਾਂ ਦੁਆਰਾ ਕੀਤੇ ਜਾਂਦੇ ਘੁਟਾਲੇ ਜਾਂ ਸਮਾਜ ਭਲਾਈ ਦੇ ਕੰਮਾਂ ਬਾਰੇ ਪੂਰਾ ਪਤਾ ਲੱਗ ਜਾਂਦਾ ਹੈ। ਸੋ ਅਖਬਾਰਾਂ ਦੇ ਵਿੱਚ ਇਹ ਸਾਰੀ ਜਾਣਕਾਰੀ ਮਿਲ ਜਾਂਦੀ, ਕਿਹੜਾ ਨੇਤਾ ਹੈ, ਕਿਹੜਾ ਰਾਸ਼ਟਰਪਤੀ ਹੈ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਵਿਦੇਸ਼ ਮੰਤਰੀ, ਸਾਰਿਆਂ ਦਾ ਗਿਆਨ ਸਾਨੂੰ ਮਿਲ ਜਾਂਦਾ ਹੈ। ਕਿੱਥੇ
ਵੋਟਾਂ ਪੈਣੀਆਂ ਨੇ, ਕਿੰਨੇ ਕੋਈ ਘਟਾਲਾ ਕੀਤਾ ਹੈ, ਕਿਹੜਾ ਕਿੰਨੀਆਂ ਵੋਟਾਂ ਤੋਂ ਹਾਰਿਆ ਹੈ, ਕਿਹੜੀ ਸਰਕਾਰ ਕਿੱਥੇ ਨਵੀਂ ਬਣੀ ਹੈ, ਕਿਹੜੀ ਲੱਥੀ ਹੈ, ਕੀ ਹੋਇਆ ਕੀ ਨਹੀਂ ਹੋਇਆ, ਕੋਈ ਜੰਮਿਆ ਕੋਈ ਮਰਿਆ, ਕੋਈ ਚੇਂਜਿਸ ਆਈਆਂ। ਸੋ ਸਾਰਾ ਕੁਝ ਸਾਨੂੰ ਅਖਬਾਰ 'ਚੋਂ ਮਿਲ ਜਾਂਦਾ ਹੈ। ਹਾਨੀਆਂ ਵੀ ਨੇ ਕੁਝ। ਹਾਨੀਆਂ ਕੀ ਹਨ? ਅਖਬਾਰਾਂ ਦੀਆਂ ਕੁਝ ਕੁ ਹਾਨੀਆਂ ਵੀ ਨਜ਼ਰੀ ਪੈਂਦੀਆਂ ਹਨ, ਜਿਵੇਂ ਐਕਟਰਾਂ ਦੀਆਂ ਨੰਗੀਆਂ ਤਸਵੀਰਾਂ ਨੌਜਵਾਨਾਂ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਕਦੀ ਕੋਈ ਝੂਠੀ ਖਬਰ ਵੀ ਕਿਸੇ ਬਾਰੇ ਨੁਕਸਾਨਦਾਇਕ ਸਾਬਤ ਹੁੰਦੀ ਹੈ। ਅਸਲ ਵਿੱਚ ਜਦੋਂ ਅਖਬਾਰ ਦੇ ਮਾਲਕ ਆਪਣੀ ਵਿਚਾਰਧਾਰਾ ਅਤੇ ਪੈਸਾ ਕਮਾਉਣ ਦੇ ਲਾਲਚ ਵਿੱਚ ਅਖਬਾਰ ਛਾਪਦੇ ਹਨ ਤਾਂ ਉਸ ਅਖਬਾਰ ਨੂੰ ਪੜ੍ਹਦਿਆਂ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਸਵਾਰਥੀ ਨੇਤਾਵਾਂ ਦੁਆਰਾ ਵਿਰੋਧੀ ਧਿਰ ਬਾਰੇ ਕਹੀ ਗਈ ਗੱਲ ਵੀ ਬਖੇੜੇ ਖੜੇ ਕਰ ਦਿੰਦੀ ਹੈ। ਘਟੀਆ ਚੀਜ਼ਾਂ ਦੀ ਇਸ਼ਤਿਹਾਰਬਾਜ਼ੀ ਦਾ ਵੀ ਮੰਦਾ ਅਸਰ ਪੈਂਦਾ ਹੈ। ਸੋ ਅਖਬਾਰਾਂ ਵਿੱਚ ਕੁਝ ਕੁ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਪ੍ਰਤੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਹਨਾਂ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ, ਝੂਠੀਆਂ ਖਬਰਾਂ ਦੇ ਉੱਤੇ, ਜਾਂ ਅਜਿਹਾ ਕੋਈ ਜਿਹੜਾ ਆਪਾਂ ਪਰਿਵਾਰ ਦੇ ਵਿੱਚ ਬੈਠਿਆਂ ਨਹੀਂ ਚੰਗੀਆਂ ਲੱਗਦੀਆਂ ਚੀਜ਼ਾਂ, ਉਹੋ ਜਿਹੀਆਂ ਚੀਜ਼ਾਂ ਨੂੰ ਵੇਖਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ, ਪੜ੍ਹਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ, ਚੰਗਾ ਗਿਆਨ ਲੈਣਾ ਚਾਹੀਦਾ ਹੈ, ਸੁੰਦਰ ਤੇ ਸੁਸ਼ੀਲ ਵਿਚਾਰ ਆਪਣੇ ਮਨ ਦੇ ਵਿੱਚ ਰੱਖਣੇ ਚਾਹੀਦੇ ਹਨ। ਮੰਦ ਵਿਚਾਰ ਜਿਹੜੇ ਮਲੀਨ ਨੇ, ਮਨ ਨੂੰ ਮਲੀਨ ਕਰਨ, ਅਜਿਹੇ ਵਿਚਾਰਾਂ ਨੂੰ ਮਨ ਵਿੱਚ ਨਹੀਂ ਆਉਣ ਦੇਣਾ ਚਾਹੀਦਾ, ਉਹਨਾਂ ਨੂੰ ਕੱਢਣਾ ਚਾਹੀਦਾ ਹੈ। ਸਾਰਾਂਸ਼ ਕੀ ਹੈ ਕਿ ਸਮੁੱਚੇ ਰੂਪ ਵਿੱਚ ਅਖਬਾਰਾਂ ਦੇ ਲਾਭ ਅਣਗਿਣਤ ਤੇ ਹਾਨੀਆਂ ਬਹੁਤ ਘੱਟ ਹਨ। ਅਖਬਾਰਾਂ ਦੇ ਸੰਪਾਦਕਾਂ ਨੂੰ ਚਾਹੀਦਾ ਹੈ ਕਿ ਉਹ ਹਰ ਗੱਲ ਸੋਚ ਸਮਝ ਕੇ ਲਿਖਣ। ਇਸੇ ਤਰ੍ਹਾਂ ਅਖਬਾਰਾਂ ਦੇ ਮਾਲਕਾਂ ਨੂੰ ਵੀ ਕੇਵਲ ਰੁਪਈਆ ਕਮਾਉਣ ਦੀ ਰੁਚੀ ਹਿੱਤ ਅਖਬਾਰ ਛਾਪਣ ਵਾਲੀ ਸੋਚ ਨੂੰ ਤਿਆਗਣਾ ਚਾਹੀਦਾ ਹੈ। ਸੋ ਚਾਹੀਦਾ ਕਿ ਹੈ ਇੱਕ ਚੰਗੀ ਅਖਬਾਰ ਛਾਪੀ ਜਾਵੇ, ਸਿਰਫ ਪੈਸਿਆਂ ਵਾਸਤੇ ਨਾ ਛਾਪੀ ਜਾਵੇ, ਸਗੋਂ ਇੱਕ ਚੰਗੀ ਸੋਚ ਵਾਲੀ ਅਖਬਾਰ ਹੋਵੇ। ਅੱਜ ਲਈ ਇੰਨਾ ਹੀ, ਕੱਲ ਫਿਰ ਮਿਲਦੇ ਹਾਂ। ਆਸ ਕਰਦੀ ਹਾਂ ਚੰਗਾ ਲੱਗਾ ਹੋਵੇਗਾ। ਇਹਨੂੰ ਸੁਣੋਗੇ ਵੀ, ਸ਼ੇਅਰ ਵੀ ਕਰੋਗੇ ਔਰ ਲਾਈਕ ਸਬਸਕ੍ਰਾਈਬ ਵੀ ਕਰੋ। ਧੰਨਵਾਦ।